ਸੋ ਅੱਜ ਸਾਡਾ ਵੀਡੀਓ ਦਾ ਟੌਪਿਕ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ, ਜੋ ਕਿ ਕਾਫੀ ਇੰਪੋਰਟੈਂਟ ਹੈ ਇੰਗਲਿਸ਼ ਗ੍ਰਾਮਰ ਦੇ ਹਿਸਾਬ ਦੇ ਨਾਲ। ਸੋ ਇਹਦਾ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਯੂਜ਼ ਕਿੱਥੇ ਕਿੱਥੇ ਹੁੰਦਾ ਹੈ। ਸੋ ਇਹ ਯੂਜ਼ ਹੁੰਦਾ ਜਦੋਂ ਕਿ ਸਾਡਾ ਐਕਸ਼ਨ ਜਿਹੜਾ ਟੇਕਨ ਆ ਉਹ ਪਾਸਟ ਦੇ ਵਿੱਚ ਲਿਆ ਗਿਆ ਹੋਵੇ ਬਟ ਸਟਿਲ ਕੰਟੀਨਿਊਸ ਹੋਵੇ ਸਾਡਾ ਐਕਸ਼ਨ। ਸੋ ਫॉर एग्जांपल ਦਿਸ ਇਜ਼ ਯੂਜ਼ਡ ਟੂ ਐਕਸਪ੍ਰੈਸ ਐਨ ਐਕਸ਼ਨ ਵਿਚ ਸਟਾਰਟਡ ਬਿਫੋਰ ਨਾਓ, ਹੁਣ ਤੋਂ ਪਹਿਲਾਂ ਸਟਾਰਟ ਹੋਇਆ ਹੋਵੇ ਔਰ ਇਨ ਦਾ ਪਾਸਟ ਐਂਡ ਹੈਜ਼ ਕੰਟੀਨਿਊਡ ਅਪ ਅਨਟਿਲ ਨਾਓ, ਜਿਹੜਾ ਕਿ ਹੁਣ ਤੱਕ ਵੀ ਐਂਡ ਅੱਗੇ ਵਾਲੇ ਟਾਈਮ ਦੇ ਵਿੱਚ ਵੀ ਥੋੜ੍ਹੇ ਵਿੱਚ ਕੰਟੀਨਿਊਸ ਹੀ ਰਵੇ ਔਰ ਇਨਟੂ ਦਾ ਪ੍ਰੈਜ਼ੈਂਟ। ਦਾ ਐਕਸ਼ਨ ਮੇ ਨਾਟ ਬੀ ਫਿਨਿਸ਼ਡ ਐਟ ਦਾ ਟਾਈਮ, ਜਦੋਂ ਅਸੀਂ ਗੱਲ ਕਰ ਰਹੇ ਹਾਂ ਉਸ ਟਾਈਮ ਦੇ ਵਿੱਚ ਵੀ ਸਾਡਾ ਐਕਸ਼ਨ ਜਿਹੜਾ ਉਹ ਫਿਨਿਸ਼ ਨਹੀਂ ਹੋਇਆ ਹੱਲੇ, ਉਸ ਟਾਈਮ ਦੇ ਉੱਤੇ ਅਸੀਂ ਕਿਹੜਾ ਟੈਂਸ ਯੂਜ਼ ਕਰਦੇ ਹਾਂ? ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਯੂਜ਼ ਕਰਦੇ ਹਾਂ। ਸੋ ਹੁਣ ਇੱਕ ਐਗਜ਼ਾਮਪਲ ਦੇਖਦੇ ਹਾਂ। ਹੀ ਹੈਜ਼ ਬੀਨ ਰਨਿੰਗ ਦੈਟ ਕੰਪਨੀ ਫॉर 10 ਈਅਰਸ, ਪੰਜਾਬੀ ਵਿੱਚ ਉਹ 10 ਸਾਲਾਂ ਤੋਂ ਕੰਪਨੀ ਚਲਾ ਰਿਹਾ ਹੈ। ਠੀਕ ਹੈ, ਹੱਲੇ ਵੀ ਕੰਟੀਨਿਊਸ ਐਕਸ਼ਨ ਹੈ ਅਤੇ ਪਾਸਟ ਦੇ ਵਿੱਚ ਇਹ ਐਕਸ਼ਨ ਸਟਾਰਟ ਹੋਇਆ ਸੀ ਬਟ ਸਟਿਲ ਕੰਟੀਨਿਊਸ ਹੈ। ਠੀਕ ਹੈ, ਸੋ ਇਹ ਐਗਜ਼ਾਮਪਲ ਹੈ ਕਿ ਹੁਣ ਦੇਖਦੇ ਹਾਂ ਕਿ ਇੱਥੇ ਹੈਲਪਿੰਗ ਵਰਬ ਜਿਹੜੇ ਉਹ ਕਿੱਦਾਂ ਯੂਜ਼ ਕੀਤੇ। ਜਿਵੇਂ ਕਿ ਫॉर एग्जांपल ਇਹ ਹੈਲਪਿੰਗ ਵਰਬ ਆ, ਹੁਣ ਵਰਬ ਦੀ ਫਸਟ ਫਾਰਮ ਦੇ ਨਾਲ ING ਲੱਗਦਾ ਆ ਅਤੇ ਜਿਹੜਾ ਟਾਈਮ ਫਰੇਮ ਆ ਉਹਦੇ ਨਾਲ ਸਿੰਸ ਜਾਂ ਫॉर ਲੱਗਦਾ ਆ ਆਪਣੇ ਆਬਜੈਕਟ ਤੋਂ ਪਹਿਲਾਂ। ਸੋ ਇਹ ਸਾਰਾ ਦੇਖਦੇ ਹਾਂ ਅਸੀਂ। ਸੋ ਫਾਰਮੂਲਾ ਦੇਖੋ ਜੀ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦਾ ਸਬਜੈਕਟ ਪਲੱਸ ਹੈਜ਼ ਹੈਵ ਪਲੱਸ ਬੀਨ ਪਲੱਸ ਵਰਬ ਦੀ ਫਸਟ ਫਾਰਮ ING ਨਾਲ ਲੱਗਣਾ, ਆਬਜੈਕਟ ਐਂਡ ਦੈਨ ਸਿੰਸ ਜਾਂ ਫॉर ਅਤੇ ਪਲੱਸ ਟਾਈਮ ਫਰੇਮ, ਜੋ ਵੀ ਤੁਹਾਡਾ ਟਾਈਮ ਫਰੇਮ ਹੈ ਡੈਫੀਨੇਟ ਜਾਂ ਇਨਡੈਫੀਨੇਟ। ਹੁਣ ਮੇਰੇ ਦੋਸਤੋ ਇਹ ਦੇਖੋ ਕਿ ਇੱਥੇ ਹੈਜ਼ ਜਾਂ ਹੈਵ ਲੱਗਦਾ ਹੈ। ਸੋ ਇਹ ਇੱਕ ਹੈਗਾ ਜਿਹੜਾ ਆ ਪ੍ਰੈਜ਼ੈਂਟ ਪਰਫੈਕਟ ਟੈਂਸ ਹੀ ਆ, ਨਿਸ਼ਚਿਤ ਟੈਂਸ ਹੁੰਦਾ ਹੈ। ਠੀਕ ਹੈ, ਬਟ ਇਹਦੇ ਕੀ ਆ, ਜਦੋਂ ਹੁਣ ਥਰਡ ਫਾਰਮ ਦੀ ਜਗ੍ਹਾ, ਕਿਉਂਕਿ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਅਸੀਂ ਥਰਡ ਫਾਰਮ ਯੂਜ਼ ਕਰਦੇ ਹਾਂ। ਸੋ ਥਰਡ ਫਾਰਮ ਦੀ ਜਗ੍ਹਾ ਇੱਥੇ ਕੀ ਹੁੰਦਾ, ਬੀਨ ਜਿਹੜਾ ਉਹ ਪੱਕਾ ਹੀ ਲੱਗ ਜਾਂਦਾ ਹੈ। ਬੀਨ ਜਿਹੜਾ ਆ ਉਹ ਬੀ ਦੀ ਥਰਡ ਫਾਰਮ ਹੁੰਦੀ ਆ, ਬੀ ਤੋਂ ਬੀਨ। ਠੀਕ ਹੈ, ਇਸ ਤਰੀਕੇ ਨਾਲ ਬੀ ਜਿਹੜਾ ਬੀਨ ਥਰਡ ਫਾਰਮ ਲੱਗ ਜਾਂਦੀ ਹੈ। ਠੀਕ ਹੈ ਜੀ, ਸੋ ਇਹ ਹੁਣ ਕੀ ਆ, ਨਾਲ ਇਹਦੇ ਫਸਟ ਫਾਰਮ ਅਤੇ ਪਲੱਸ ING ਲੱਗਣਾ ਹੈ। ਠੀਕ ਹੈ, ਵਰਬ ਦੀ ਫਸਟ ਫਾਰਮ ਦੇ ਨਾਲ ING ਲੱਗਣਾ, ਆਬਜੈਕਟ ਸਿੰਸ ਫॉर ਜਾਂ ਟਾਈਮ। ਸੋ ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਹੈਜ਼ ਜਾਂ ਹੈਵ ਜਿਹੜਾ ਆ ਉਹ ਕਿਹਨਾਂ ਦੇ ਨਾਲ, ਸਬਜੈਕਟ ਦੇ ਨਾਲ ਲੱਗਦਾ ਹੈ। ਹੈਜ਼ ਬਿਨ ਅਤੇ ਹੈਵ ਬਿਨ ਜਿਹੜਾ ਆ ਉਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਹੈਲਪਿੰਗ ਵਰਬ ਆ। ਹੈਜ਼ ਜਿਹੜਾ ਉਹ ਸਿੰਗੂਲਰ ਵਰਡਸ ਦੇ ਨਾਲ ਲੱਗਣਾ, ਸਿੰਗੂਲਰ ਸਬਜੈਕਟਸ ਦੇ ਨਾਲ ਲੱਗਣਾ, ਜਾਂ ਹੀ ਸ਼ੀ ਅਤੇ ਇਟ ਦੇ ਨਾਲ ਲੱਗਣਾ, ਜਾਂ ਕੋਈ ਵੀ ਸਿੰਗੂਲਰ ਜਿਹੜਾ ਸਬਜੈਕਟ ਹੋਵੇ ਤਾਂ ਉਹਦੇ ਨਾਲ ਕੀ ਲੱਗੂਗਾ, ਹੈਜ਼ ਲੱਗੂਗਾ ਅਸੀਂ। ਅਤੇ ਹੈਵ ਬਿਨ ਅਸੀਂ ਕਿੱਥੇ ਯੂਜ਼ ਕਰਾਂਗੇ? ਜਿੱਥੇ ਪਲੂਰਲ ਸਬਜੈਕਟ ਹੋਣ, ਜਿੱਦਾਂ ਜ਼ਿਆਦਾ ਨੰਬਰਾਂ ਦੇ ਵਿੱਚ ਕੀਤੀ ਹੋਵੇ, ਜਾਂ ਦੋ ਸਬਜੈਕਟ ਨੂੰ ਐਂਡ ਲਗਾ ਕੇ ਜੋੜ ਦਿੱਤਾ ਗਿਆ ਹੋਵੇ, ਉੱਥੇ ਹੈਵ ਲੱਗੂਗਾ। ਐਂਡ ਦੇ, ਠੀਕ ਹੈ, ਦੇ ਲੱਗੂਗਾ I ਦੇ ਨਾਲ, ਵੀ ਦੇ ਨਾਲ, ਯੂ ਜਿਹੜਾ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਹੈਵ ਬਿਨ ਹੀ ਲੱਗੂਗਾ। I ਜਿਹੜਾ ਵੈਸੇ ਬੇਸ਼ੱਕ ਸਿੰਗੂਲਰ ਆ ਬਟ ਇਹਨੂੰ ਅਸੀਂ ਪਲੂਰਲ ਦੇ ਵਾਂਗੂ ਹੀ ਟਰੀਟ ਕਰਦੇ ਹਾਂ, ਹਰੇਕ ਸੈਂਟੈਂਸ ਵਿੱਚ ਇਸੇ ਤਰੀਕੇ ਨਾਲ ਅਸੀਂ ਇਹਦੀ ਟਰੀਟਮੈਂਟ ਕਰਦੇ ਹਾਂ। ਸੋ ਠੀਕ ਹੈ, ਹੁਣ ਨੈਕਸਟ ਦੇਖਦੇ ਹਾਂ ਕਿ ਟਾਈਮ ਫਰੇਮ ਜਿਹੜਾ ਸਿੰਸ ਜਾਂ ਫॉर ਲੱਗਦਾ ਇਹ ਕਿੱਥੇ ਕਿੱਥੇ ਯੂਜ਼ ਹੁੰਦਾ। ਇਹ ਜਿਹੜਾ ਇਹਦੇ ਵੱਲ ਤੁਸੀਂ ਧਿਆਨ ਨਾਲ ਦੇਖੋ ਇਹਨੂੰ। ਠੀਕ ਹੈ, ਸਿੰਸ ਜਾਂ ਫॉर ਜਿਹੜਾ ਆ ਇਹਦਾ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਆ। ਸਿੰਸ ਅਸੀਂ ਉਦੋਂ ਯੂਜ਼ ਕਰਦੇ ਜਦੋਂ ਇੱਕ ਡੈਫੀਨਾਈਟ ਟਾਈਮ ਫਰੇਮ ਹੋਵੇ, ਡੈਫੀਨਾਈਟ ਬਿਲਕੁਲ ਪੱਕਾ ਨਿਸ਼ਚਿਤ ਟਾਈਮ ਫਰੇਮ ਹੋਵੇ, ਅਤੇ ਫॉर ਜਦੋਂ ਕਰਦੇ ਜਦੋਂ ਇਨਡੈਫੀਨੇਟ ਟਾਈਮ ਫਰੇਮ ਹੋਵੇ। ਠੀਕ ਹੈ, ਜਦੋਂ ਸਾਨੂੰ ਪੱਕਾ ਨਹੀਂ ਪਤਾ ਕਿ 2 ਆਵਰਸ ਫॉर एग्जांपल 2 ਆਵਰਸ ਆ, ਕਿਹੜੇ 2 ਘੰਟਿਆਂ ਦੀ ਗੱਲ ਕੀਤੀ ਜਾ ਰਹੀ ਆ, 8 ਤੋਂ 10 ਤੱਕ ਘੰਟਿਆਂ ਦੀ ਗੱਲ ਕੀਤੀ ਜਾ ਰਹੀ ਹੈ, 10 ਤੋਂ 12 ਦੀ ਗੱਲ ਕੀਤੀ ਜਾ ਰਹੀ ਹੈ, ਜਾਂ 10:30 ਤੋਂ 10:30 ਘੰਟੇ, ਕਿਹੜੇ ਟਾਈਮ ਦੀ ਗੱਲ ਕੀਤੀ ਜਾ ਰਹੀ ਹੈ ਸਾਨੂੰ ਪੱਕਾ ਨਹੀਂ ਪਤਾ। ਠੀਕ ਹੈ, ਅਤੇ 5 ਡੇਜ਼ ਇਹ ਵੀ ਸਾਨੂੰ ਪੱਕਾ ਨਹੀਂ ਪਤਾ, ਵੀਕ ਦੇ ਕਿਹੜੇ 5 ਡੇਜ਼ ਦੀ ਗੱਲ ਕੀਤੀ ਜਾ ਰਹੀ ਹੈ, ਮੰਡੇ ਤੋਂ ਲੈ ਕੇ ਠੀਕ ਹੈ ਫਰਾਈਡੇ ਤੱਕ ਜਾਂ ਸੈਚਰਡੇ ਤੱਕ ਕਿੱਥੇ ਤੱਕ ਸਾਨੂੰ ਗੱਲ ਕੀਤੀ ਜਾ ਰਹੀ ਹੈ। ਜਦੋਂ ਸਾਨੂੰ ਅਨਿਸ਼ਚਿਤ, ਜਦੋਂ ਸਾਨੂੰ ਇਨਡੈਫੀਨੇਟ ਟਾਈਮ ਹੋਵੇ ਤਾਂ ਅਸੀਂ ਉੱਥੇ ਫॉर ਹੀ ਯੂਜ਼ ਕਰਦੇ ਹਾਂ। ਜਿਵੇਂ ਕਿ 2 ਆਵਰਸ, 5 ਆਵਰਸ, ਫॉर ਲਾਸਟ 2 ਈਅਰਸ, ਫॉर ਲਾਸਟ 2 ਮੰਥਸ, 10 ਈਅਰਸ ਜਾਂ ਲਾਸਟ 3 ਵੀਕਸ। ਸਾਨੂੰ ਇਹ ਪੱਕਾ ਨਹੀਂ ਪਤਾ ਹੈਗਾ ਕਿ ਕਿਹੜੇ ਆ। ਸਿੰਸ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਸਾਨੂੰ ਬਿਲਕੁਲ ਨਿਸ਼ਚਿਤ ਟਾਈਮ ਫਰੇਮ ਹੋਵੇ। ਫॉर एग्जांपल ਸਿੰਸ 2008, ਹੁਣ 2008 ਸਿਰਫ ਇੱਕੋ ਵਾਰੀ ਆਇਆ ਨਾ, ਮੁੜ ਕੇ ਬਾਰ-ਬਾਰ ਤਾਂ ਨਹੀਂ ਆ ਰਿਹਾ। ਸੋ ਇਹ ਇਸ ਕਰਕੇ ਇਹਦਾ ਮਤਲਬ ਇਹ ਡੈਫੀਨਾਈਟ ਟਾਈਮ ਹੈ। ਮੰਡੇ ਵੀਕ ਵਿੱਚ ਇੱਕੋ ਵਾਰੀ ਆਉਂਦਾ ਹੈ। ਠੀਕ ਹੈ, ਸਿੰਸ ਦਾ ਬਿਗਿਨਿੰਗ ਵੀ ਇੱਕੋ ਵਾਰੀ ਹੀ ਹੁੰਦੀ ਹੈ। ਠੀਕ ਹੈ, ਅਤੇ ਸਿੰਸ 7 PM ਜਦੋਂ ਟਾਈਮ ਫਰੇਮ ਵੀ ਸਾਡੇ ਕੋਲ ਹੁਣ ਡੈਫੀਨੇਟ ਹੋ ਗਿਆ। ਸਿੰਸ ਹੋਰ ਦੇਖ ਲਓ ਕਿੱਥੇ ਕਿੱਥੇ ਯੂਜ਼ ਕਰਦੇ ਅਸੀਂ, ਡੇਜ਼ ਦੇ ਨਾਲ, ਜਿਵੇਂ ਕਿ ਮੰਡੇ, ਟਿਊਜ਼ਡੇ, ਵੈਨਸਡੇ, ਜਾਂ ਕੋਈ ਵੀ ਇਸ ਤਰੀਕੇ ਨਾਲ ਦਿਨ ਹੋਵੇ ਸਾਨੂੰ ਖਾਸ ਦਿੱਤਾ ਹੈ ਉਸ ਵੇਲੇ। ਡੇਟ ਹੋਵੇ, ਕੋਈ ਵੀ ਸਪੈਸੀਫਿਕ ਡੇਟ ਦਿੱਤੀ ਹੋਈ ਹੋਵੇ, ਜਿਵੇਂ ਕਿ 7 ਮਈ, 9 ਅਗਸਤ ਜਾਂ ਕੋਈ ਵੀ ਡੇਟ ਹੋਵੇ। ਈਅਰ ਦੇ ਨਾਲ 2012, 2021 ਕੋਈ ਵੀ ਈਅਰ ਹੋਵੇ। ਮੰਥ ਹੋ ਗਿਆ, ਜਿਵੇਂ ਕਿ ਸਾਨੂੰ ਡੈਫੀਨੇਟ ਮੰਥ ਜਨਵਰੀ, ਫਰਵਰੀ, ਮਾਰਚ ਜਾਂ ਕੋਈ ਵੀ ਦਿੱਤਾ ਹੋਇਆ। ਓਕੇਸ਼ਨ ਦੇ ਉੱਤੇ
ਓਕੇਜਨ ਕਿਹੜੀ ਆ, ਹੋਲੀ, ਦੀਵਾਲੀ ਜਾਂ ਕਿਸੇ ਵੀ ਸਪੈਸੀਫਿਕ ਓਕੇਜਨ ਦੇ ਉੱਤੇ, ਠੀਕ ਹੈ। ਸੋ ਕਲੌਕ ਜਿਹੜਾ ਹੈ, ਕਲੌਕ ਦੇ ਨਾਲ ਵੀ ਜਿਵੇਂ ਕਿ 7 o'clock 8 PM ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਨੂੰ ਟਾਈਮ ਦਿੱਤਾ ਹੈ ਉਸ ਵੇਲੇ ਅਸੀਂ ਸਿੰਸ ਯੂਜ਼ ਕਰਨਾ ਟਾਈਮ ਫਰੇਮ ਦੇ ਨਾਲ। ਸਟੇਜ ਆਫ ਲਾਈਫ ਦੀ ਅਲੱਗ-ਅਲੱਗ ਸਟੇਜ ਹੁੰਦੀ ਹੈ, ਜਿਵੇਂ ਕਿ ਚਾਈਲਡਹੁੱਡ ਹੋ ਗਈ, ਅਡੋਲਸੈਂਟ ਹੋ ਗਈ, ਇਹਨਾਂ ਸਾਰਿਆਂ ਦੇ ਨਾਲ ਵੀ ਅਸੀਂ ਸਿੰਸ ਹੀ ਯੂਜ਼ ਕਰਨਾ ਹੈ। ਪਾਰਟ ਆਫ ਈਚ ਡੇ, ਦਿਨ ਦਾ ਪਾਰਟ ਜਿਹੜਾ, ਜਿਵੇਂ ਕਿ ਮਾਰਨਿੰਗ, ਲਾਸਟ ਨਾਈਟ ਜਾਂ ਨੂਨ, ਇਹਨਾਂ ਦੇ ਨਾਲ ਵੀ ਅਸੀਂ ਕੀ ਕਰਨਾ, ਸਿੰਸ ਹੀ ਯੂਜ਼ ਕਰਨਾ। ਸੋ ਇਹ ਸਾਰੇ ਦੇ ਸਾਰੇ ਡੈਫੀਨੇਟ ਟਾਈਮ ਫਰੇਮ ਦੇ ਵਿੱਚ ਆ ਜਾਂਦੇ ਆ, ਠੀਕ ਹੈ। ਹੁਣ ਐਗਜ਼ਾਮਪਲਸ ਦੇਖਦੇ ਹਾਂ ਇਹਨਾਂ ਦੀਆਂ, ਸੈਂਟੈਂਸਸ ਦੀਆਂ। ਜਿੱਥੇ ਕਿਸੇ ਨੂੰ ਵੀ ਡਾਊਟ ਹੋਵੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦਾ, ਠੀਕ ਹੈ। ਸੋ ਸਭ ਤੋਂ ਪਹਿਲਾਂ ਦੇਖ ਲੈਂਦੇ ਕਿ ਫਾਰਮੂਲਾ ਅਸੀਂ ਕੀ ਕੀਤਾ ਸੀਗਾ, ਸਬਜੈਕਟ ਪਲੱਸ ਹੈਜ਼, ਹੈਵ ਪਲੱਸ ਬਿਨ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING ਪਲੱਸ ਆਬਜੈਕਟ ਪਲੱਸ ਫॉर ਜਾਂ ਸਿੰਸ ਐਂਡ ਟਾਈਮ ਫਰੇਮ, ਠੀਕ ਹੈ। ਇਹ ਸੀਗਾ ਸਾਡਾ ਪੂਰੇ ਦਾ ਪੂਰਾ ਫਾਰਮੂਲਾ। ਸੋ ਪਹਿਲਾਂ ਆਪਾਂ ਕੀ ਕਰਨਾ, ਜਦੋਂ ਸੈਂਟੈਂਸ ਪੜ੍ਹਦੇ ਹਾਂ, ਐਗਜ਼ਾਮਪਲ ਦੇਖਦੇ ਹਾਂ, ਮੈਂ 2 ਹਫ਼ਤਿਆਂ ਤੋਂ ਲੰਡਨ ਵਿੱਚ ਹੀ ਰਿਹਾ ਹਾਂ, ਜਾਣੀ ਕਿ ਰਹਿ ਰਿਹਾ ਹਾਂ, ਲੰਡਨ ਦੇ ਵਿੱਚ ਹੀ ਰਿਹਾ ਹਾਂ। ਸੋ ਇਹਦੇ ਵਿੱਚ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕਰਾਂਗੇ ਕਿ ਸਬਜੈਕਟ ਕਿਹੜਾ ਆ, ਮੈਂ, I am ਦਾ ਸਬਜੈਕਟ, ਠੀਕ ਹੈ। ਹੁਣ ਟਾਈਮ ਕੀ ਸੀ, 2 ਹਫ਼ਤੇ ਜਿਹੜੇ ਆ, 2 weeks, ਇਹ ਟਾਈਮ ਫਰੇਮ ਹੋ ਗਿਆ। ਲੰਡਨ ਹੁਣ ਆਬਜੈਕਟ ਹੋ ਗਿਆ, ਇਹਨੂੰ ਅਸੀਂ ਆਬਜੈਕਟ ਦੀ ਜਗ੍ਹਾ 'ਤੇ ਯੂਜ਼ ਕਰਨਾ ਹੈ, ਠੀਕ ਹੈ। ਵਿੱਚ ਹੀ ਰਹਿ ਰਿਹਾ ਹਾਂ, ਸੋ ਹੁਣ ਇਹਨੂੰ ਅਸੀਂ ਕਿੱਦਾਂ ਯੂਜ਼ ਕਰਾਂਗੇ, ਠੀਕ ਹੈ। ਸੋ ਇਹਨੂੰ ਚੀਜ਼ ਯੂਜ਼ ਕਰਾਂਗੇ ਸੈਂਟੈਂਸ ਨੂੰ ਇਸ ਤਰੀਕੇ ਨਾਲ ਵੀ ਇਹਦਾ ਸੈਂਟੈਂਸ ਬਣਦਾ, I have been ਲਿਵਿੰਗ ਇਨ ਲੰਡਨ, ਜਾਂ ਇਨ ਲੰਡਨ ਵੀ ਆ ਸਕਦਾ ਹੈ। I have been in London for 2 weeks। ਇਸ ਤਰੀਕੇ ਨਾਲ ਵੀ ਅਸੀਂ ਸੈਂਟੈਂਸ ਇਹਨੂੰ ਬਣਾ ਸਕਦੇ ਹਾਂ। ਸੋ ਨੈਕਸਟ ਦੇਖਦੇ ਹਾਂ, ਨੈਕਸਟ, ਮੈਂ 5 ਦਿਨਾਂ ਤੋਂ ਇਹ ਨਾਵਲ ਪੜ੍ਹ ਰਿਹਾ ਹਾਂ, ਠੀਕ ਹੈ। ਇਹਨੂੰ ਅਸੀਂ ਸਭ ਤੋਂ ਪਹਿਲਾਂ ਆਈਡੈਂਟੀਫਾਈ ਕਰਨਾ ਆ, ਐਂਡ ਦੈਨ ਅਸੀਂ ਕੀ ਕਰਨਾ ਆ, ਆਪਣੇ ਫਾਰਮੂਲਾ ਦੇ ਵਿੱਚ ਪੁੱਟ ਕਰਨਾ ਆ। ਫਿਰ ਅਸੀਂ ਸੈਂਟੈਂਸ ਬਣਾਉਣਾ ਇਹਦਾ। ਮੈਂ ਸਬਜੈਕਟ ਹੋ ਗਿਆ, 5 ਦਿਨਾਂ ਤੋਂ, 5 ਦਿਨ ਜਿਹੜੇ ਹੋ ਗਿਆ ਸਾਡਾ ਟਾਈਮ ਫਰੇਮ ਹੋ ਗਿਆ। 5 ਦਿਨ ਹੁਣ ਇਹ ਕੀ ਆ, ਇੱਕ ਇਨਡੈਫੀਨਿਟ ਟਾਈਮ ਫਰੇਮ ਹੈ, ਸੋ ਇਹਦੇ ਮੂਹਰੇ ਫॉर ਲੱਗੂਗਾ, ਠੀਕ ਹੈ। ਸੋ ਇਹਦੇ ਨਾਲ ਅਸੀਂ ਫॉर ਯੂਜ਼ ਕਰਾਂਗੇ। ਸੋ ਨੈਕਸਟ ਕੀ ਹੈਗਾ, ਇਹ ਨਾਵਲ ਜਿਹੜਾ ਆ, ਇਹ ਸਾਡਾ ਆਬਜੈਕਟ ਹੋ ਗਿਆ। ਪੜ੍ਹ ਰਿਹਾ ਹਾਂ, ਪੜ੍ਹਨਾ ਕੀ ਹੋ ਗਿਆ, ਰੀਡਿੰਗ, ਇਹ ਹੋ ਗਈ ਸਾਡੀ ਵਰਬ ਦੀ ਫਾਰਮ, ਇਹਦੇ ਨਾਲ ING ਲੱਗ ਜਾਊਗਾ। ਸੋ ਇਹ ਸੈਂਟੈਂਸ ਸਾਡਾ ਕਿੱਦਾਂ ਬਣੂਗਾ, I have been reading this novel for 5 days। ਇਸ ਤਰੀਕੇ ਨਾਲ ਅਸੀਂ ਸੈਂਟੈਂਸ ਇਹਦਾ ਬਣਾ ਦੇਵਾਂਗੇ। ਸੋ ਨੈਕਸਟ ਦੇਖਦੇ ਆ, ਉਹ ਸਵੇਰ ਤੋਂ ਰੂਮ ਸਾਫ਼ ਕਰ ਰਹੀ ਹੈ। ਸੋ ਐਕਸ਼ਨ ਕੰਟੀਨਿਊਸ ਆ, she ਦੇ ਨਾਲ ਹੁਣ ਕਿਹੜਾ ਹੈਲਪਿੰਗ ਵਰਬ, has, ਐਂਡ ਨਾਲ been, she has been cleaning the room। ਹੁਣ ਦੇਖੋ, ਸਵੇਰ ਤੋਂ, ਸਵੇਰ ਆਪਾਂ ਦੇਖਿਆ ਸੀ ਨਾ ਕਿ ਡੈਫੀਨਿਟ ਟਾਈਮ ਫਰੇਮ ਹੈ, ਸਵੇਰ ਹੋ ਗਿਆ since morning। she has been cleaning the room since morning। ਇਸ ਤਰੀਕੇ ਨਾਲ ਅਸੀਂ ਸੈਂਟੈਂਸ ਬਣਾਵਾਂਗੇ। ਸੋ ਨੈਕਸਟ ਦੇਖਦੇ ਹਾਂ, ਅਸੀਂ ਕਾਫੀ ਦੇਰ ਤੋਂ ਮਿਊਜ਼ਿਕ ਸੁਣ ਰਹੇ ਹਾਂ, ਠੀਕ ਹੈ। ਐਕਸ਼ਨ ਸਟਿਲ ਕੰਟੀਨਿਊਸ ਆ, ਵੀ ਦੇ ਨਾਲ have been listening to music for। ਹੁਣ ਦੇਖੋ, ਅਸੀਂ ਕਾਫੀ ਦੇਰ ਤੋਂ, ਸਾਨੂੰ ਕਾਫੀ ਦੇਰ ਜਿਹੜਾ ਇਹ ਇਨਡੈਫੀਨਿਟ ਟਾਈਮ ਫਰੇਮ ਹੈ, ਸੋ ਫॉर, ਇਹਦੇ ਨਾਲ ਫॉर ਲੱਗੂਗਾ, for a long time, ਕਾਫੀ ਦੇਰ ਤੋਂ, ਠੀਕ ਹੈ। ਨੈਕਸਟ ਆ, ਉਹ 2 ਘੰਟੇ ਤੋਂ ਅਖਬਾਰ ਪੜ੍ਹ ਰਿਹਾ ਹੈ। he has been reading a newspaper for 2 ਘੰਟੇ ਤੋਂ, for 2 hours, ਠੀਕ ਹੈ ਜੀ। ਇਸ ਤਰੀਕੇ ਨਾਲ ਸੈਂਟੈਂਸ ਬਣ ਗਿਆ। ਸੋ ਫਾਈਨਲ ਸੈਂਟੈਂਸ ਸਾਡਾ, ਬੱਚਾ 3 ਘੰਟੇ ਤੋਂ ਰੋ ਰਿਹਾ ਹੈ, ਠੀਕ ਹੈ। 3 ਘੰਟੇ ਤੋਂ ਜਾਣੀ ਕਿ ਇਨਡੈਫੀਨਿਟ ਟਾਈਮ ਫਰੇਮ ਹੈ। The baby has been crying for 3 hours।
ਸੋ ਇਸ ਤਰੀਕੇ ਨਾਲ ਸਾਡੇ ਕੋਲ ਸੈਂਟੈਂਸ ਬਣ ਗਏ, ਸਾਰੇ ਸਿੰਪਲ ਸੈਂਟੈਂਸਸ ਸੀਗੇ। ਠੀਕ ਹੈ, ਨੈਕਸਟ ਦੇਖਦੇ ਅਸੀਂ ਨੈਗੇਟਿਵ ਤੇ ਇੰਟੈਰੋਗੇਟਿਵ। ਇਹਨਾਂ ਵਿੱਚੋਂ ਹੁਣ ਦੋ ਕੋਈ ਵੀ ਐਗਜ਼ਾਮਪਲਾਂ ਦੇਖ ਲੈਂਦੇ ਆ। ਸੋ ਨੈਗੇਟਿਵ ਸੈਂਟੈਂਸ ਜਿਹੜੇ ਇਹਨਾਂ ਦਾ ਫਾਰਮੂਲਾ ਸਟਰਕਚਰ ਦੇਖ ਲਓ ਕੀ ਆ, ਬਾਕੀ ਸਾਰਾ ਸੇਮ ਰਹਿਣਾ, ਬਸ ਸਬਜੈਕਟ ਪਲੱਸ ਹੈਜ਼ ਹੈਵ ਪਲੱਸ ਨੋਟ। ਹੁਣ ਨੋਟ ਆਪਾਂ ਪਹਿਲਾਂ ਕਰਦੇ ਸੀ ਹੈਜ਼ ਹੈਵ ਬਿਨ, ਹੁਣ ਬਿਨ ਤੋਂ ਪਹਿਲਾਂ ਨੋਟ ਲੱਗਣਾ ਇੱਥੇ। ਠੀਕ ਹੈ, ਨੋਟ ਦੀ ਪੋਜੀਸ਼ਨ ਹੀ ਬਸ ਹੋਈ ਹੈ ਕਿ ਬਾਕੀ ਸਾਰੇ ਦਾ ਸਾਰਾ ਜਿਹੜਾ ਸਟਰਕਚਰ ਸੀਗਾ ਉਹ ਸੇਮ ਹੀ ਰਿਹਾ। ਸੋ ਫਸਟ ਸੈਂਟੈਂਸ ਸੀਗਾ ਸਾਡੇ ਕੋਲ। ਸੈਕੰਡ ਸੈਂਟੈਂਸ ਦੇਖ ਲੈਂਦੇ ਆ। ਸੈਕੰਡ ਸੈਂਟੈਂਸ ਸੀਗਾ ਆਈ ਹੈਵ ਨਾਟ ਬੀਨ ਰੀਡਿੰਗ ਦਿਸ novel for 5 days। ਠੀਕ ਹੈ ਜੀ, ਇੱਕ ਥਰਡ ਸੈਂਟੈਂਸ ਦੇਖ ਲੈਂਦੇ ਆ ਨੋਟ ਦੇ ਵਿੱਚ। she has not been cleaning the room since morning। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਜਿਹੜਾ ਆ ਹੈਲਪਿੰਗ ਵਰਬ ਐਂਡ ਵਿਨ, ਇਹਨਾਂ ਦੋਨਾਂ ਤੋਂ ਪਹਿਲਾਂ ਜਿਹੜਾ ਹੈਜ਼ ਤੋਂ ਬਾਅਦ ਵਿੱਚ ਤੇ ਬਿਨ ਤੋਂ ਪਹਿਲਾਂ ਇੱਥੇ ਨੋਟ ਦੀ ਪੋਜੀਸ਼ਨ ਅਸੀਂ ਰੱਖਣੀ ਆ। ਸੋ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਦੇਖ ਲੈਂਦੇ ਕੀ ਫਰਕ ਆ। ਜਿਹੜਾ ਇੰਟੈਰੋਗੇਟਿਵ ਜਾਂ ਕੁਐਸਚਨ ਸੈਂਟੈਂਸ ਹੈ, ਕੁਐਸਚਨ ਸੈਂਸ ਦੇ ਵਿੱਚ ਜੋ ਸੈਂਟੈਂਸ ਆ ਉਹ 'ਚ ਹੈਲਪਿੰਗ ਵਰਬ ਜਿਹੜਾ ਹੈਜ਼ ਹੈਵ ਆ ਉਹ ਸਬਜੈਕਟ ਤੋਂ ਅੱਗੇ ਆ ਜਾਣਾ ਹੈ, ਪਲੱਸ ਬੀਨ ਜਿਹੜਾ ਉਹ ਬਾਅਦ ਵਿੱਚ ਆਉਣਾ। ਸਬਜੈਕਟ ਜਿਹੜਾ ਇਹਨਾਂ ਦੇ ਹੁਣ ਕੀ ਆ, ਇਨ ਬਿਟਵੀਨ ਆ ਗਿਆ। ਠੀਕ ਹੈ, ਹੁਣ ਦੇਖੋ ਸੈਂਟੈਂਸ ਇਹਦੇ ਵਿੱਚ ਕੀ ਕਰਦੇ ਆ। ਫੋਰਥ ਸੈਂਟੈਂਸ ਦੇਖਦੇ ਹਾਂ ਅਸੀਂ, ਜੋ ਅਸੀਂ ਫੋਰਥ ਬਣਾਇਆ ਸੀ। ਇਹ ਕੀ ਸੀਗਾ ਆਪਣੇ ਕੋਲ ਫੋਰਥ ਸੈਂਟੈਂਸ। ਅਸੀਂ ਕਾਫੀ ਦੇਰ ਤੋਂ ਮਿਊਜ਼ਿਕ ਸੁਣ ਰਹੇ ਹਾਂ। ਵੀ ਹੈਵ ਬਿਨ ਲਿਸਨਿੰਗ ਟੂ ਮਿਊਜ਼ਿਕ ਫॉर ਅ ਲੌਂਗ ਟਾਈਮ। ਸੋ ਇੱਥੇ ਸਾਡੇ ਕੋਲ ਫੋਰਥ ਸੈਂਟੈਂਸ ਆ ਜਾਊਗਾ ਹੈਵ ਵੀ ਬੀਨ listening to music for a long time ਐਂਡ ਕੁਐਸਚਨ ਮਾਰਕ। ਠੀਕ ਹੈ, ਬਾਕੀ ਸਾਰਾ ਸੈਂਟੈਂਸ ਹੁਣ ਦੇਖੋ ਹੈਵ ਜਿਹੜਾ ਅੱਗੇ ਆ ਗਿਆ ਸਬਜੈਕਟ ਬੀਨ ਪਲੱਸ ਵਰਬ ਦੀ ਫਸਟ ਫਾਰਮ ING ਐਂਡ ਦੈਨ ਸਾਡਾ ਆਬਜੈਕਟ ਆ ਗਿਆ ਫॉर ਐਂਡ ਟਾਈਮ ਫਰੇਮ ਆ ਗਿਆ। ਸੋ ਇਸ ਤਰੀਕੇ ਨਾਲ ਅਸੀਂ ਸਾਰਾ ਸੈਂਟੈਂਸ ਬਣਾਇਆ। ਐਂਡ ਨੈਕਸਟ ਸੈਂਟੈਂਸ ਅਸੀਂ ਦੇਖ ਲੈਂਦੇ। ਫਿਫਥ ਸੈਂਟੈਂਸ ਸੀਗਾ ਸਾਡੇ ਕੋਲ, ਉਹ 2 ਘੰਟੇ ਤੋਂ ਅਖਬਾਰ ਪੜ੍ਹ ਰਿਹਾ ਹੈ। ਹੀ ਹੈਜ਼ ਬਿਨ ਰੀਡਿੰਗ ਅ ਨਿਊਜ਼ਪੇਪਰ ਫॉर 2 hours। ਸੋ ਇਹ ਦੇਖ ਲੈਂਦੇ ਸਾਡੇ ਕੋਲ ਸੈਂਟੈਂਸ ਸੀਗਾ has he been reading a newspaper for 2 hours and then question mark। ਸੋ ਇਹ ਬਾਕੀ ਦੇ ਸੈਂਟੈਂਸ ਜਿੰਨੇ ਵੀ ਆਪਾਂ ਛੱਡ ਦਿੱਤੇ ਆ ਉਹ ਤੁਸੀਂ ਆਪ ਨੈਗੇਟਿਵ ਐਂਡ ਇੰਟੈਰੋਗੇਟਿਵ ਬਣਾ ਕੇ ਦੇਖਿਓ। ਠੀਕ ਹੈ, ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਜਾਂ ਸੈਂਟੈਂਸ ਨਹੀਂ ਸਮਝ ਲੱਗਦਾ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਾਡੇ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਸਬਸਕ੍ਰਾਈਬ ਕਰੋ ਤੇ ਆਪਣੇ ਸਾਰੇ ਦੋਸਤਾਂ ਨੂੰ ਦੱਸੋ ਤਾਂ ਕਿ ਉਹ ਵੀ ਗ੍ਰਾਮਰ ਦੀਆਂ ਵੀਡੀਓਜ਼ ਦਾ ਜਿਹੜਾ ਆ ਉਹ ਫਾਇਦਾ ਲੈ ਸਕਣ। ਥੈਂਕ ਯੂ।